So, hello students, this is Mahendra Pal, and today we are going to study one of the important poems in the syllabus of 12th class in their book A Rainbow of English. The poem is called Prayer of the Woods, which is written by an anonymous author, which means we do not know who the author is. I mean, when we do not have any records, है ना, ਜਦੋਂ ਆਪਣੇ ਕੋਲ ਕੋਈ ਰਿਕਾਰਡ ਨਹੀਂ ਹੁੰਦਾ ਤਾਂ ਆਪਾਂ author ਕੀ ਜਾਂ ਜੋ ਵੀ ਪਰਸਨ ਕਿਸੇ ਵੀ ਚੀਜ਼ ਤਾਂ ਉਹਦੇ ਲਈ ਕੀ ਆਪਣੇ ਲਈ ਉਹ anonymous ਹੋ ਜਾਂਦਾ, ਅਣਜਾਣ ਹੋ ਜਾਂਦਾ, ਅਗਿਆਤ ਹੋ ਜਾਂਦਾ. Okay, so let's start reading the poem. And the heat of your hearth on the cold winter nights. That means ਕਿ poet ਕਹਿ ਰਹੇ ਨੇ ਕਿ ਮੈਂ ਤੁਹਾਡੀ ਭੱਠੀ ਦੀ ਉਹ ਗਰਮੀਆਂ ਜੋ ਸਰਦ ਰਾਤਾਂ ਦੇ ਵਿੱਚ ਤੁਹਾਡਾ ਸਹਾਰਾ ਬਣਦੀ ਹੈ, ਮੈਂ ਉਹ ਗਰਮੀਆਂ the friendly shade screen you from the summer sun. ਮੈਂ ਉਹ friendly shade ਆ ਜਿਹੜੀ ਕੀ ਹੈ ਤੁਹਾਨੂੰ ਇੱਕ ਗਰਮੀਆਂ ਤੋਂ ਬਚਾਉਂਦੀ ਹੈਗੀ, ਸਮਰ ਸਨ ਤੋਂ ਬਚਾਉਂਦੀ ਹੈ. ਐਂਡ ਮਾਈ ਫਰੂਟਸ ਆਰ ਰਿਫਰੈਸ਼ਿੰਗ ਡਰਾਊਟਸ, ਤੇ ਮੇਰੇ ਜੋ ਫਰੂਟਸ ਨੇਗੇ ਉਹ ਕੀ ਨੇ, ਰਿਫਰੈਸ਼ਿੰਗ ਡਰਾਊਟਸ ਨੇ. ਰਿਫਰੈਸ਼ਿੰਗ ਮੀਨਸ ਤਾਜ਼ਗੀ ਭਰਪੂਰ, ਐਂਡ ਡਰਾਊਟਸ ਹੁੰਦੇ ਨੇ ਲਿਕੁਅਰਸ, ਹੈ ਨਾ, ਬੂਜ਼ ਜਾਂ ਕੋਈ ਵੀ ਫਰੂਟਸ ਤੋਂ ਆਪਾਂ ਜੋ ਵੀ ਬੂਜ਼ ਵਗੈਰਾ ਤਿਆਰ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਡਰਾਊਟਸ ਨੇ. ਜੂਸ ਵਗੈਰਾ ਜੋ ਵੀ ਉਹਨਾਂ ਤੋਂ ਤਿਆਰ ਕੀਤਾ ਜਾਂਦਾ ਉਹ ਕਹਿੰਦੇ ਨੇ ਡਰਾਊਟਸ. quenching your thirst as you journey on, ਤੇ ਮੇਰੇ ਫਰੂਟਸ ਕੀ ਨੇ, ਉਹ ਰਿਫਰੈਸ਼ਿੰਗ ਡਰਾਊਟਸ ਨੇ ਜਿਹੜੇ ਕਿ ਕੁਐਂਚ ਕਰਦੇ ਨੇ ਤੁਹਾਡੀ ਥਰਸਟ ਨੂੰ. ਕੁਐਂਚਿੰਗ ਮੀਨਸ ਸੈਟਿਸਫਾਈਂਗ. ਓਕੇ, ਸੋ ਜਦੋਂ ਆਪਣੀ ਥਰਸਟ ਨੂੰ ਬੁਝਾਉਂਦੇ ਨੇ ਤਾਂ ਉਹ ਫਰੂਟਸ ਹਮੇਂ ਉਹ ਬੋਲ ਰਹੇ ਨੇ. ਓਕੇ, so obviously you can see that the narrator, the speaker in the poem is the woods, are the woods. ਉਹ ਕੀ ਨੇ, woods ਨੇ, trees ਨੇਗੇ. ਓਕੇ, trees ਹੀ ਸਾਰਾ ਇਹ ਕੁਛ ਬੋਲ ਰਹੇ ਨੇ ਜੋ ਵੀ ਆਪਣੇ ਕੋਲੇ ਆਇਆ ਹੈ. ਮੀਨਸ ਉਹਨਾਂ ਦੇ ਪਰਸਪੈਕਟਿਵ ਤੋਂ, ਉਹਨਾਂ ਦੇ ਪੱਖ ਤੋਂ ਇਹ ਕਵਿਤਾ ਲਿਖੀ ਗਈ ਹੈਗੀ. I am the beam that holds your house. ਮੈਂ ਉਹ ਬੀਮ ਆ ਜੋ ਤੁਹਾਡੇ ਘਰ ਨੂੰ ਹੋਲਡ ਕਰਕੇ ਰੱਖੇ ਹੋਏ ਆ, ਮੀਨਸ ਉਸ ਤੇ ਪਕੜ ਬਣਾ ਕੇ ਰੱਖੇ ਹੋਏ ਆ, ਉਸ ਨੂੰ ਇੱਕ ਮਜ਼ਬੂਤੀ, ਉਸ ਨੂੰ ਇੱਕ ਸਥਿਰਤਾ ਪ੍ਰਦਾਨ ਕਰ ਰਹੀ ਹੈਗੀ. The board of your table, obviously ਉਹ ਟੇਬਲ ਦਾ ਬੋਰਡ ਨੇ. The bed on which you lie, ਮੈਂ ਉਹ ਬੈੱਡ ਆ ਜਿਸ ਤੇ ਤੁਸੀਂ ਪਏ ਹੋ. And the timber that built your boat, ਤੇ ਮੈਂ ਉਹ ਟਿੰਬਰ ਆ ਜਿਸ ਨੇ ਤੁਹਾਡੀ ਬੋਟ ਨੂੰ ਬਿਲਡ ਕੀਤਾ, ਤੁਹਾਡੀ ਬੋਟ ਨੂੰ ਬਣਾਇਆ. I am the handle of your hoe. Hoe means spade which we use for breaking the soil. ਕਹੀ ਵਗੈਰਾ ਹੁੰਦੀ ਹੈ ਨਾ ਜੋ ਆਪਣੀ, ਸੋ ਉਸ ਨੂੰ ਕੀ ਬੋਲਦੇ ਆਪਾਂ, hoe. ਤਾਂ ਮੈਂ ਉਸ ਦਾ ਹੈਂਡਲ ਹੈ. obviously ਜੋ ਉਸ ਦਾ ਹੈਂਡਲ ਹੁੰਦਾ ਗਾ ਉਹ ਆਪਣੇ ਕੋਲ ਲੱਕੜ ਦਾ ਹੁੰਦਾ ਗਾ. The door of your homestead, ਮੈਂ ਉਹ ਦਰਵਾਜ਼ਾ ਗਾ ਕਿਸ ਦਾ, homestead ਦਾ, ਤੁਹਾਡੇ ਘਰ ਦਾ. The wood of your cradle, ਮੈਂ ਤੁਹਾਡੇ cradle, ਤੁਹਾਡਾ ਜੋ ਪੰਗੂੜਾ ਉਸ ਦਾ ਕੀ ਹੈ, ਮੈਂ cradle ਹੈ. And the shell of your coffin, and shell ਕੀ ਹੈ, ਇੱਕ ਮੈਂ ਖੋਖਾ ਕਿਸੇ ਦਾ ਤੁਹਾਡੇ coffin ਦਾ. You must have seen Christians and Muslims also, they make use of coffins to carry out the dead bodies, ਹੈ ਨਾ. ਸੋ ਜੋ ਵੀ dead bodies ਹੁੰਦੀਆਂ ਨੇ ਤਾਂ coffin ਦੇ ਵਿੱਚ ਲੈ ਕੇ ਜਾਂਦੇ ਨੇ. coffin ਦੇ ਵਿੱਚ ਇੱਕ ਲੱਕੜ ਦਾ ਤਾਬੂਤ ਹੁੰਦਾ, ਉਸ ਦੇ ਵਿੱਚ ਲੈ ਕੇ ਜਾਂਦੇ ਨੇ ਗ੍ਰੇਵਯਾਰਡ ਦੇ ਵਿੱਚ ਦਫਨਾਉਣ ਦੇ ਲਈ. ਠੀਕ ਹੈ ਨਾ, ਤੁਸੀਂ ਦੇਖਿਆ ਹੋਣਾ ਆਪਣੇ ਆਰਮੀ ਮੈਨ ਜਦੋਂ ਸ਼ਹਾਦਤ ਪ੍ਰਾਪਤ ਕਰਦੇ ਨੇ, ਸੋ ਉਹਨਾਂ ਨੂੰ ਵੀ ਇਹ ਕੀ ਨੇ, ਉਹਨਾਂ ਦੇ ਵਿੱਚ ਹੀ ਭੇਜਿਆ ਜਾਂਦਾ ਆਪਣੇ ਕੋਲ. ਓਕੇ, ਐਂਡ ਦ ਬ੍ਰੈਡ ਆਫ ਕਾਈਂਡਨੈਸ, ਮੈਂ ਉਹ ਦਿਆਲੁਤਾ ਦਾ ਬ੍ਰੈਡ ਹਾਂ. ਦੈਟ ਮੀਨਸ ਵੀ ਅਰਨ ਆਰ ਫੂਡ, ਈਵਨ ਜੋ ਆਪਣਾ ਫੂਡ ਹੈਗਾ ਇਹ ਵੀ ਕੀ ਆਪਾਂ ਸਾਰਾ ਦਾ ਸਾਰਾ ਕਿੰਨਾ ਤੋਂ, ਟਰੀਜ਼ ਤੋਂ, ਵੈਜੀਟੇਸ਼ਨ ਤੋਂ ਆਪਾਂ ਨੂੰ ਮਿਲਦਾ ਗਾ. ਐਂਡ ਦ ਫਲਾਵਰ ਆਫ ਬਿਊਟੀ, ਤੇ ਮੈਂ ਕੀ ਹਾਂ, ਤੁਹਾਡੀ ਬਿਊਟੀ ਦਾ ਕੀ ਹੈਗਾ, ਫੁੱਲ ਆ. ਓਕੇ, ਐਂਡ ਦ ਫਲਾਵਰ ਆਫ ਯੂਅਰ ਬਿਊਟੀ. ਓਕੇ, ये who pass by listen to my prayer, जो भी मेरे आसपास गुजर जाएगा वो इस मेरी प्रेयर में जरूर सुने, क्योंकि मैं द ब्रेड ऑफ योर काइंडनेस, क्योंकि ਤੁਹਾਡਾ ਫੂਡ ਜਾਂ ਜੋ ਵੀ ਫੂਡ ਹੈਗਾ ਉਹ ਸਾਰਾ ਕੁਝ ਕਿਸ ਦੀ ਵਜ੍ਹਾ ਕਰਕੇ, ਮੇਰੀ ਕਰਕੇ. ਐਂਡ ਦ ਫਲਾਵਰ ਆਫ ਬਿਊਟੀ, ਆਈ ਮੀਨ ਜੋ ਵੀ ਆਪਣੇ ਕੋਲ ਬਿਊਟੀਫੁਲ ਲੋਕੇਸ਼ਨ ਮਿਲਦੀਆਂ ਜਾਂ ਜੋ ਵੀ ਆਪਣੇ ਕੋਲ ਇੱਕ ਬਿਊਟੀ ਨੂੰ ਇੱਕ ਸਿੰਬਲ ਦੇ ਤੌਰ ਤੇ ਯੂਜ਼ ਕੀਤਾ ਇਹਨਾਂ ਨੇ, ਚਿੰਨ੍ਹ ਦੇ ਤੌਰ ਤੇ, ਕਿ ਤੁਸੀਂ ਜੋ ਵੀ ਚੀਜ਼ ਦੇਖਦੇ ਹੋਗੇ ਵਰਲਡ ਦੇ ਵਿੱਚ ਸਾਰੀ ਦੀ ਸਾਰੀ ਬਿਊਟੀ ਹੈਗੀ. ਇਟ ਇਜ਼ somehow, ठीक है, कितना किते किसने किसे, it is almost कितना किते it is manufactured by the vegetation, by the natural resources, obviously the woods, the forests, तो ਉਹਨਾਂ ਤੋਂ ਹੀ ਕੀ ਆਪਣੇ ਕੋਲ ਆਏਗੀ. ਸੋ
Let's move ahead. Ye who pass by, listen to my prayer. ਜੋ ਵੀ ਮੇਰੇ ਕੋਲ ਦੀ ਗੁਜ਼ਰ ਰਹੇ ਨੇ, ਕਿਰਪਾ ਕਰਕੇ ਮੇਰੀ ਪ੍ਰੇਅਰ ਨੂੰ ਸੁਣੋ. ਹਾਰਮ ਮੀ ਨਾਟ, ਮੈਨੂੰ ਨੁਕਸਾਨ ਨਾ ਪਹੁੰਚਾਓ. ਓਕੇ, ਸੋ ਟਰੀਜ਼ ਕੀ ਕਹਿੰਦੇ ਨੇ ਕਿ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ. ਓਕੇ, ਐਸ ਵਰਡਸਵਰਥ ਸੇ, ਨੇਚਰ ਨੈਵਰ ਡਿਡ ਬਿਟਰੇ ਦ ਹਾਰਟ ਦੈਟ ਲਵਡ ਹਰ. ਕਿ ਜੋ ਵੀ ਨੇਚਰ ਨੂੰ ਪਿਆਰ ਕਰਦਾ ਗਾ, ਨੇਚਰ ਉਸ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ. ਓਕੇ, ਕਦੇ ਵੀ. ਸੋ ਕਹਿਣ ਦਾ ਮਕਸਦ ਕੀ ਹੈਗਾ ਦੈਟ ਇਫ ਜੇ ਆਪਣੇ ਕੋਲ ਨੇਚਰ ਆ ਗਈ, ਜੋ ਆਪਣੇ ਕੋਲ ਨੈਚੁਰਲ ਵੈਜੀਟੇਸ਼ਨ ਆ ਗਈ, ਫਿਰ ਹੀ ਆਪਾਂਗੇ. ਓਕੇ, ਸੋ ਵੀ ਕੈਨੋਟ ਇਮੈਜਿਨ ਐਨੀ ਲਾਈਫ ਆਊਟ ਆਫ ਦੈਟ, ਹੈ ਨਾ. ਦੇਰ ਇਜ਼ ਨੋ ਸਰਵਾਈਵਲ ਆਊਟ ਆਫ ਇਟ. ਇਸ ਤੋਂ ਇਲਾਵਾ ਬਾਹਰ ਕੋਈ ਸਰਵਾਈਵਲ ਹੈ ਨਹੀਂ ਗਾ ਸੋਸਾਇਟੀ ਦਾ, ਨੈਚੁਰਲ ਵੈਜੀਟੇਸ਼ਨ ਤੋਂ ਬਾਹਰ ਜੇ ਆਪਾਂ ਜਾ ਕੇ ਸੋਚਾਂਗੇ. ਓਕੇ, obviously. So there is glossary of almost all the difficult words. ਇਹ ਤੁਸੀਂ ਚੈੱਕ ਕਰ ਸਕਦੇ ਹੋ. ਐਂਡ ਦੈਨ we have figures of speech. Figures of speech, any speech ਜਾਂ poem ਜਾਂ ਕਿਸੇ ਵੀ prose ਜਾਂ verse ਜੋ ਵੀ ਆਪਣੇ ਕੋਲ ਹੈ. ਓਕੇ, ਲਿਟਰੇਚਰ ਦਾ ਕੋਈ ਵੀ ਪਾਰਟ ਹੈਗਾ, ਉਸ ਦੇ ਵਿੱਚ ਕੀ ਹੈਗਾ, ਆਪਾਂ ਕੁਝ ਕੁ ਫਿਗਰਸ ਆਫ ਸਪੀਚ ਯੂਜ਼ ਕਰਦੇ ਹਾਂ. ਫਿਗਰਸ ਆਫ ਸਪੀਚ ਹੁੰਦੇ ਨੇ ਟੂ ਕ੍ਰੀਏਟ ਮੈਂਟਲ ਪਿਕਚਰਸ, ਹੈ ਨਾ, ਇਨ ਦਾ ਰੀਡਰਸ ਮਾਈਂਡ. ਰੀਡਰਸ ਦੇ ਮਾਈਂਡ ਦੇ ਵਿੱਚ ਜੇ ਆਪਾਂ ਇੱਕ ਮੈਂਟਲ ਪਿਕਚਰਸ ਕ੍ਰੀਏਟ ਕਰਨੀਆਂ ਹੁੰਦੀਆਂ ਨੇ, ਕੁਝ ਕਈ ਤਰੀਕੇ ਦੀ ਇਮੈਜਰੀ ਹੁੰਦੀ ਹੈ, ਤਾਂ ਉਹ ਸਾਰਿਆਂ ਦੇ ਵਿੱਚ ਉਹ ਜੋ ਯੂਜ਼ ਕੀਤੀਆਂ ਜਾਂਦੀਆਂ ਨੇ, ਉਹ ਕੀ ਹੁੰਦੇ ਨੇ, ਫਿਗਰਸ ਆਫ ਸਪੀਚ ਹੁੰਦੀਆਂ ਨੇ. So I'm sure that they haven't given us many of them, almost 3 or 4 ne hai. Yes, there are 4 only. So first of all we have alliteration. What is an alliteration? Alliteration is the repetition of the same sound. ਜਦੋਂ same word ਕੀ ਹੈਗਾ, same consonant, usually initial word ਜਿਹੜਾ ਅੱਗੇ ਦੇ syllable ਹੁੰਦਾ ਨਾ, ਉਹ ਜਦੋਂ ਬਾਰ-ਬਾਰ ਕੀ ਹੈਗਾ repeatedly use ਕੀਤਾ ਜਾਂਦਾ ਹੈਗਾ, ਤਾਂ ਉਹ ਕੀ ਹੁੰਦਾ ਹੈਗਾ, ਉਹ alliterate ਕਰਦਾ ਹੈਗਾ. ਓਕੇ, means same sound ਨੂੰ ਜਦੋਂ ਆਪਾਂ use ਕਰ ਦਾਂਗੇ, ਉਹ ਕੀ ਹੁੰਦੀ ਹੈ alliteration. Like landscape lover, lord of language. That means see, l. Okay, landscape lover, lord of language. The poem given to us by Tennyson. And the next poem we can see summer, sir, season, sir, when soft was the sun. सर by Pius Blumen, जो कि एक 14th century के आसपास चौसठ ਦੇ contemporary poet ਰਹੇ ਨੇ. So let's move ahead. Alliteration ਦੀ ਹੋਰ examples ਦੇਣੀ ਆਪਾਂ ਤਾਂ ਹੋਰ ਵੀ ਆਪਣੇ ਕੋਲ ਇੱਕ natural ਕੁਛ ਆਪਣੇ ਹੁੰਦੇ ਨੇ, ਜਿਵੇਂ ਲਾਈਕ ਤੁਸੀਂ ਸੁਣਿਆ ਹੋਣਾ ਉਹ ਟੰਗ ਟਵਿਸਟਰ ਟੈਪ ਸੀ ਜੋ ਆਪਣੇ ਕੋਲ ਚੰਦੂ ਕੀ ਚਾਚਾ ਨੇ ਚੰਦੂ ਕੀ ਚਾਚੀ को चांदी की चमची से चटनी चटाई, है ना. सो ਉਹ ਕੀ ਹੈਗੀ, alliteration ਹੈਗੀ. alliteration ਚ ਸਾਊਂਡ ਕੇ ਬਾਰ-ਬਾਰ ਰਿਪੀਟ ਹੋ ਜਾਵੇ, ਕੌਨਸੋਨੈਂਟ. So then we have simile. Simile is an explicit comparison between two different things, action, feelings or anything else. So two different things ਹੁੰਦੇ ਨੇ, ਉਹਨਾਂ ਦੇ ਵਿੱਚ ਕੀ ਆਪਾਂ ਜਦੋਂ ਇੱਕ explicit clear ਇੱਕ comparison ਕਰ ਦਿਆਂਗੇ, as ਜਾਂ like use ਕਰਕੇ ਆਪਾਂ ਜਦੋਂ clear ਕਰ as ਜਾਂ like ਦੇ ਨਾਲ ਕਿ ਆਪਣੇ ਆਪ clear ਹੋ ਜਾਂਦਾ ਗਾ, ਆਪਾਂ ਨੂੰ ਕੁਝ ਵੀ ਉਹ 'ਚ ਇੰਟਰਪ੍ਰੈਟ ਕਰਨ ਦੀ ਯੂਜ਼ ਨਹੀਂ ਲੋੜ ਨਹੀਂ ਰਹਿੰਦੀ. ਇਫ ਆਈ ਸੇ ਦੈਟ ਲੀਜ਼ਾ ਇਜ਼ ਲਾਈਕ ਅ ਮੂਨ, ਲੀਜ਼ਾ ਇਜ਼ ਲਾਈਕ ਦ ਮੂਨ, ਹੈ ਨਾ, ਲੀਜ਼ਾ ਇਜ਼ ਲਾਈਕ ਦ ਮੂਨ. ਸੋ ਦੈਟ ਮੀਨਸ ਲਾਈਕ ਜੋ ਮੈਂ ਵਰਡ ਯੂਜ਼ ਕਰਾਂ, ਦੈਟ ਮੀਨਸ ਮੈਂ ਕਲੀਅਰਲੀ ਕਹਿ ਰਿਹਾ ਕਿ ਮੂਨ ਦੀ ਤਰ੍ਹਾਂ ਹੈ. ਸੋ ਇਹਦੇ ਵਿੱਚ ਕੁਝ ਇੰਟਰਪ੍ਰੈਟ ਕਰਨ ਵਾਲਾ ਰਹਿ ਨਹੀਂ ਜਾਂਦਾ ਗਾ. ਓਕੇ, ਸੋ ਇੱਕ ਕੰਪੈਰੀਜ਼ਨ ਕਲੀਅਰ ਹੁੰਦਾ ਗਾ. ਓਕੇ, ਉਹਨਾਂ ਦੀ ਕੋਈ ਨਾ ਕੋਈ ਕੁਆਲਿਟੀ ਹੁੰਦੀ ਹੈ ਕਿ ਜਿਸ ਦੀ ਵਜ੍ਹਾ ਕਰਕੇ ਆਪਾਂ ਕਿ ਉਹਨਾਂ ਨਾਰਮਲੀ ਆਪਾਂ ਇੱਕ ਯੂਜ਼ ਕਰ ਰਹੇ ਹੁੰਦੇ ਹੈਗੇ ਉਹਨਾਂ ਦੇ ਲਈ ਇੱਕ ਕੰਪੈਰੀਜ਼ਨ. getting my point, ਹੈ ਨਾ. ਸੋ ਮੀਨਸ ਕਿ ਆਪਾਂ ਕਿਸੇ ਦੀ ਕੋਈ ਮੈਂਟਲ ਪਿਕਚਰ ਕ੍ਰੀਏਟ ਕਰਨ ਲਈ ਓਕੇ ਆਪਾਂ ਇਹ ਯੂਜ਼ ਕਰਦੇ ਹਾਂ. ਆਪਾਂ we can easily compare it with the metaphors. okay, what metaphor is, metaphor जो simile ਸੀ ਉਹ ਕਿਸੇ explicit ਸੀ, but in the case of metaphor it is an implicit comparison between two different things. So एक ही है कि indirect आगा, implicit है, that means it is unclear. तो हम वो चीज माइंड तो हम लगाना पैना उस चीज की. ओके, एक for example they have given us several examples like he is as brave as a lion. So as तो मैं दस कहता है कि
ਐਂਡ ਲਾਈਕ ਜੇ ਵਰਡ ਕੀ ਅਗਰ ਰਿਪੀਟਡਲੀ ਯੂਜ਼ ਕੀਤਾ ਜਾਵੇ ਤਾਂ ਉਹ ਕੀ ਹੁੰਦਾ ਹੈ ਸਿਮਿਲੀ ਹੈਗਾ ਜੋ ਉਸ ਨੂੰ ਕੰਪੇਅਰ ਕਰਨ ਲੱਗਾ ਮੀਨ ਸੋ ਬਟ if you say that thing directly okay is a ਆਪਣੇ ਆਪ ਦੇ ਵਿੱਚ ਕੀ ਇੱਕ ਕੰਪਰੈਸਡ ਜਿਹਾ ਹੁੰਦਾ ਹੈ ਮੈਟਾਫਰ he is a lion that means ਆਪਾਂ ਡਾਇਰੈਕਟਲੀ ਕਹਿ ਰਹੇ ਹਾਂ ਕਿ ਉਹ ਇੱਕ ਲਾਈਨ ਹੈ ਓਕੇ ਓਕੇ ਕਿਸੇ ਨੂੰ ਵੀ ਜਾਨ ਆਪਾਂ ਉਹ ਲੀਜ਼ਾ ਵਾਲੀ ਐਗਜ਼ਾਮਪਲ ਲੀਜ਼ਾ ਇਜ਼ ਦਾ ਮੂਨ ਓਕੇ ਸੋ ਇਹਦੇ ਚ ਇੱਕ ਕਾਮਨ ਕੁਆਲਿਟੀ ਨੂੰ ਆਪਾਂ ਸ਼ੇਅਰ ਕਰ ਰਹੇ ਹਾਂ ਬਟ ਉਹ ਕੀ ਹੈ ਕੰਪੈਰੀਜ਼ਨ ਕੀ ਹੈਗਾ ਹਿਡਨ ਹੈਗਾ ਅਨਕਲੀਅਰ ਹੈਗਾ ਐਜ਼ ਆਈ ਸੈਡ implicit ਹੈਗਾ ਓਕੇ implicit means ਉਹ ਕੀ ਹੈਗਾ ਅਨਕਲੀਅਰ ਹੈਗਾ ਓਕੇ ਸੋ ਦੈਟ ਇਜ਼ ਦ ਡਿਫਰੈਂਸ ਬਿਟਵੀਨ ਸਿਮਿਲੀ ਐਂਡ ਮੈਟਾਫਰ ਮੈਟਾਫਰ ਦੇ ਵਿੱਚ ਤੁਸੀਂ ਉਹ ਚੀਜ਼ ਉਸ ਨੂੰ ਡਾਇਰੈਕਟਲੀ ਕਹਿ ਸਕਦੇ ਹੋ ਕਹਿ ਰਹੇ ਹੋਵਾਂਗੇ ਫॉर एग्जांपल you may take Robert Southey's poem he says my love is a red rose my love is a red rose डायरेक्टली उसमें किने रेड रोज कह रहे हैं कि ਹੈਗਾ ਮੈਟਾਫਰ ਹੈਗਾ ਓਕੇ ਹੈ ਨਾ ਆਪਾਂ ਨੂੰ ਨਹੀਂ ਪਤਾ ਕਿ ਉਹ ਰੋਜ਼ ਦੀ ਕਿਸ ਕੁਆਲਿਟੀ ਦੇ ਨਾਲ ਕੰਪੇਅਰ ਕਰ ਰਹੇ ਨੇਗੇ ਵੀ ਉਸ ਦੇ ਲਈ ਆਪਾਂ ਨੂੰ ਕਿਤੇ ਨਾ ਕਿਤੇ ਉਸ ਚੀਜ਼ ਲਈ ਇੱਕ ਉਸ ਪੋਮ ਨੂੰ ਪ੍ਰੋਪਰਲੀ ਰੀਡ ਕਰਨਾ ਪੈਣਾ ਕਿ ਜਦ ਆਥਰ ਜਾਂ ਜਿਸ ਵੀ ਤਰੀਕੇ ਨਾਲ ਆਪਾਂ ਨੂੰ ਮੀਨਿੰਗ ਪ੍ਰੈਗਮੈਟਿਕ ਜਾਂ ਜੋ ਵੀ ਹੈ ਕਿਸੇ ਵੀ ਤਰੀਕੇ ਨਾਲ ਮੀਨਿੰਗ ਕੱਢਣਾ ਪੈਣਾ ਓਕੇ ਆਪਾਂ ਕੁਝ ਦਾ ਮੀਨਿੰਗ ਕੁਝ ਹੋਰ ਵੀ ਹੋ ਸਕਦਾ ਹੈਗਾ ਕੁਝ ਇਸ ਤੋਂ ਜ਼ਿਆਦਾ ਮੀਨਿੰਗਸ ਵੀ ਹੋ ਸਕਦੇ ਨੇਗੇ ਓਕੇ ਬਟ ਉਹ ਚੀਜ਼ ਆਪਣੇ ਸਿਲੇਬਸ ਦੀ ਗੱਲ ਨਹੀਂ ਜੋ ਆਪਾਂ ਗੱਲ ਕਰ ਰਹੇ ਹਾਂਗੇ ਇਹ ਕਿ ਜੋ ਮੈਟਾਫਰ ਹੈਗਾ ਉਸ ਦੇ ਵਿੱਚ we do not use as or like as a like ਨਹੀਂ use ਕਰਦੇ ਆਪਾਂ ਸਿੰਪਲੀ ਕੀ ਹੈਗਾ ਉਹਦੇ ਵਿੱਚ ਹਿਡਨ ਜਾਂ implicit comparison ਕਰ ਦਿਆਂਗੇ simile and metaphor and then we have personification what personification is a figure of speech in which lifeless objects or ideas are given life that means I can repeat a figure of speech in which lifeless objects or ideas are given life that means एक figure of speech है जिस ਦੇ ਵਿੱਚ ਕੀ ਆਪਾਂ lifeless ਜਿਹੜੀ ਚੀਜ਼ਾਂ ਨੇ objects ਨੇ ਜਾਂ ideas ਨੇ ਉਹਨਾਂ ਨੂੰ ਕੀ ਹੈਗਾ ਆਪਾਂ ਇੱਕ humanly qualities ਦੇ ਦਿੰਦੇ ਹਾਂ okay what we do we attribute humanly qualities to those inanimate things ਹੈ ਨਾ ਤਾਂ ਉਹਨਾਂ ਨੂੰ ਆਪਾਂ ਕੀ ਹੈ ਕਿ ਇਨਸਾਨਾਂ ਦੀਆਂ ਕੁਆਲਿਟੀਆਂ ਦੇ ਦਿੰਦੇ ਹਾਂ ਓਕੇ ਲਾਈਕ ਸੀ ਲਵ ਇਜ਼ ਨਾਟ ਟਾਈਮਸ ਫੂਲ ਹੈ ਨਾ ਸੋ ਮੂਰਖ ਹੋਣਾ ਕਿ ਟਾਈਮ ਦਾ ਕੰਮ ਨਹੀਂ ਲਵ ਕੀ ਹੈਗਾ ਇੱਕ ਆਈਡੀਆ ਹੈਗਾ ਹੈ ਨਾ ਸੋ ਉਸ ਨੂੰ ਕੀ ਹੈ ਕਿ ਹਿਊਮਨਲੀ ਕੁਆਲਿਟੀ ਕੀ ਆ ਰਹੀ ਕਿ ਫੂਲ ਹੋਣਾ ਓਕੇ ਦੋ ਰੋਜ਼ੀ ਲਿਪਸ ਐਂਡ ਚੀਕਸ ਦੇਖੋ ਰੋਜ਼ੀ ਲਿਪਸ ਐਂਡ ਚੀਕਸ within his bend so listen ਆਪਾਂ ਜ਼ਿਆਦਾ ਅੱਗੇ ਰੀਡ ਕਰਦੇ ਤੁਹਾਨੂੰ ਸਿੰਪਲ ਐਗਜ਼ਾਮਪਲ ਦੇਣਾ ਲਾਈਕ ਵੀ ਮਸਟ ਹੈਵ ਸੀਨ ਦ idiom walls have ears ਕੰਧਾਂ ਦੇ ਵੀ ਕੰਨ ਹੁੰਦੇ ਨੇ walls have ears ears ਕੀ ਨੇ ਇਨਸਾਨਾਂ ਦੀ ਕੁਆਲਿਟੀ ਹੈਗੀ ਓਕੇ ਬਟ ਇੱਥੇ ਕਿਸ ਦੀ ਦਿੱਤੀ ਗਈ ਆਪਾਂ walls ਨੂੰ ਦਿੱਤੀ ਜਾਂ ਇਸ ਤੋਂ ਇਲਾਵਾ ਆਪਾਂ ਕਹਿ ਸਕਦੇ ਹਾਂਗੇ ਤੁਸੀਂ ਬਾਰਡਰ ਮੂਵੀ ਦੇ ਵਿੱਚ ਗਾਣਾ ਸੁਣਿਆ ਹੋਣਾ ਸੰਦੇਸ਼ ਆਤੇ ਹੈ ਨਾ ਉਸ ਦੇ ਵਿੱਚ ਕਹਿੰਦਾ ਗਾ ਐ ਗੁਜ਼ਰਨੇ ਵਾਲੀ ਹਵਾ ਜ਼ਰਾ मेरा इतना काम करेगी क्या मेरे गांव जा मेरे दोस्तों को सलाम दे सो सलाम देना की हैगा ह्यूमनली क्वालिटी है ह्यूमन्स दा डीड है ह्यूमन्स दा एटिक्वेट है ओके सो इत्थे की हैगा ਆਪਾਂ ਕਿਸ ਨੂੰ ਦੇ ਰਹੇ ਹਾਂ ਐਨੀਮਲਸ ਨੂੰ ਦੇ ਰਹੇ ਹਾਂ ਓਕੇ ਉਹ ਸੌਰੀ ਐਨੀਮਲਸ ਨੂੰ ਹਵਾਨੂਤ ਕਹਿ ਰਹੇ ਨੇ ਓਕੇ ਸੋ that is what we call personification okay so now let's move to the central idea of the poem which we have I hope it won't take long. So here I have written the central idea of the poem. The poet of Prayer of the Woods is anonymous. ਰਜੇ ਜਦੋਂ ਵੀ ਆਪਾਂ ਕਿਸੇ ਦੇ poem ਦਾ central idea ਲਿਖਣਾ ਹੁੰਦਾ ਇੱਕ ਉਹਦੇ methods ਹੁੰਦੇ ਨੇ writing ਦੇ okay so ਜਿਹੜੇ important words ਹੁੰਦੇ ਨੇ poem ਦੇ ਉਸ ਨੂੰ ਆਪਾਂ ਕੀ ਕਰਨਾ prayer ਜਾਂ woods ठीक है इसकी w ਨੂੰ कैपिटलाइज करांगे एंड इसकी p ਨੂੰ कैपिटल रखांगे ओके सो ऑफ दैट जब इस सारे ਦੇ ਸਾਰੇ ਟਾਈਟਲ ਨੂੰ ਕੀ ਆਪਾਂ ਅੰਡਰਲਾਈਨ ਕਰ ਦਾਂਗੇ ओके वी कैन यूज कॉमास ਆਪਾਂ ਕੋਟਡ ਕॉमास ਵੀ ਯੂਜ਼ ਕਰ ਸਕਦੇ ਇਸ ਦੇ ਲਈ the poet of the prayer of the woods is anonymous ਜਿਹੜੇ poet ਦੇ ਸੌਰੀ prayer of the woods ਦੇ poet ਨੇ ਉਹ ਕਿਨੇ anonymous ਨੇ the speaker in the poem are trees सो poem ਦੇ ਵਿੱਚ speaker ਕੌਣ ਨੇ ਕੌਣ ਬੋਲ ਰਹੇ ਨੇ ਉਹ trees ਨੇਗੇ okay
the trees which warm us in winter, ਇਹ ਉਹੀ tree ਨੇ ਜਿਹੜੇ ਕਿ ਨੇ ਆਪਾਂ ਨੂੰ ਸਰਦੀਆਂ ਦੇ ਵਿੱਚ ਗਰਮੀ ਦਿੰਦੇ ਨੇ and shade us, ਤੇ ਛਾਂ ਦਿੰਦੇ ਨੇ in summer, ਜਿਹੜੇ summer ਦੇ ਵਿੱਚ ਆਪਾਂ ਨੂੰ ਛਾਂ ਦਿੰਦੇ ਨੇ। they serve us from birth to death, ਸਾਰੀ ਦੀ ਸਾਰੀ ਆਪਣੀ ਜ਼ਿੰਦਗੀ ਜਨਮ ਤੋਂ ਲੈ ਕੇ ਆਪਣੇ ਮਰਨ ਤੱਕ, ਆਪਣੀ ਡੈਥ ਤੱਕ ਉਹ ਕਿਨੇ ਆਪਾਂ ਨੂੰ ਸਰਵ ਕਰਦੇ ਨੇ, ਆਪਣੀ ਸੇਵਾ ਕਰਦੇ ਨੇ। ਬੀ ਇਟ ਹੰਗਰ ਔਰ ਥਰਸਟ, ਇਹ ਚਾਹੇ ਭੁੱਖ ਹੈ ਜਾਂ ਪਿਆਸ ਹੈ। they satisfy us with their juicy fruits, ਆਪਣੇ juicy fruits ਦੇ ਨਾਲ ਕਿਨੇ ਆਪਾਂ ਨੂੰ ਸਰਵ ਕਰਦੇ ਨੇ। so that is why they pray to all of us not to harm them, ਤੇ ਇਸੇ ਕਰਕੇ ਉਹ ਆਪਣੇ ਸਾਰਿਆਂ ਨੂੰ ਕੀ ਕਰਦੇ ਨੇ, ਪ੍ਰੇ ਕਰਦੇ ਨੇ ਕਿ ਉਹਨਾਂ ਨੂੰ ਹਾਰਮ ਨਾ ਕੀਤਾ ਜਾਵੇ। so thank you very much।